ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਡੂੰਘੀਆਂ ਸਿਖਰਾਂ। ਪੁਲ ਅਤੇ ਪੌੜੀਆਂ। ਜੇ ਖੁਸ਼ਬੂ ਨੇ ਫੈਲਣਾ ਹੈ ਤਾਂ ਫੁੱਲਾਂ ਨੂੰ ਹਵਾ ਨਾਲ ਸਮਝੌਤਾ ਕਰਨਾ ਪਵੇਗਾ। ਸਮਝੌਤੇ ਨਾਲ ਅਸੀਂ ਫੈਲਦੇ ਹਾਂ, ਜਦੋਂ ਕਿ ਵਿਰੋਧ ਵਿੱਚ ਮਨੁੱਖ ਟੁੱਟਦਾ ਅੰਤ ਵਿੱਚ ਇਕੱਲਾ ਰਹਿ ਜਾਂਦਾ ਹੈ। ਦਰਖਤ ਉਦੋਂ ਹੀ ਚੰਗਾ ਲੱਗਦਾ ਹੈ ਜਦੋਂ ਖਿੜਿਆ ਹੋਵੇ, ਭਰਿਆ ਹੋਵੇ, ਝੁਕਿਆ ਹੋਵੇ ਅਤੇ ਕੁਦਰਤ ਨਾਲ ਇੱਕ ਸੁਰ ਹੋਵੇ। ਇਹ ਸਾਰੇ ਸਮਝੌਤੇ ਦੇ ਲੱਛਣ ਹਨ। ਦਰਖਤ ਨੂੰ ਧਰਤੀ ਅਤੇ ਅਸਮਾਨ ਦੋਹਾਂ ਦੀ ਲੋੜ ਹੁੰਦੀ ਹੈ। ਇਵੇਂ ਹੀ ਪੰਛੀ ਉੱਡਦਾ ਅਸਮਾਨ ਵਿੱਚ ਹੈ ਪਰ ਆਲ੍ਹਣਾ ਧਰਤੀ 'ਤੇ ਪਾਉਂਦਾ ਹੈ। ਕਵੀ ਖਲੋਤਾ ਧਰਤੀ 'ਤੇ ਹੁੰਦਾ ਹੈ ਪਰ ਗੱਲਾਂ ਤਾਰਿਆਂ ਦੀਆਂ ਕਰਦਾ ਹੈ। ਸਮਝੌਤਾ ਕੀਤਾ ਵਰਤਮਾਨ ਵਿੱਚ ਜਾਂਦਾ ਹੈ ਪਰ ਧਿਆਨ ਭਵਿੱਖ ਦਾ ਰੱਖਿਆ ਜਾਂਦਾ ਹੈ। ਅਸੀਂ ਵਿਰੋਧਾਂ ਦੇ ਉਜਾੜੇ ਵੇਖ ਲਏ ਹਨ, ਹੁਣ ਸਮਝੌਤਿਆਂ ਦੀ ਖੁਸ਼ਹਾਲੀ ਵੇਖਣ ਦੀ ਲੋੜ ਹੈ। ਤਾਜ ਮਹਿਲ ਇਸ਼ਕ ਦੇ ਹੁਸਨ ਨਾਲ ਸਮਝੌਤੇ ਦਾ ਪ੍ਰਤੀਕ ਹੈ। ਜਦੋਂ ਹੌਂਕੇ ਕਲਪਨਾ ਦੇ ਗਲ ਲੱਗਦੇ ਹਨ ਤਾਂ ਗੀਤਾਂ ਦਾ ਜਨਮ ਹੁੰਦਾ ਹੈ। ਜਦੋਂ ਅਨੁਭਵ ਦੀ ਡੂੰਘਾਈ ਕਲਪਨਾ ਦੀ ਸਿਖਰ ਨਾਲ ਕਿੱਕਲੀ ਕਲੀਰ ਪਾਉਂਦੀ ਹੈ ਤਾਂ ਮਹਾਨ ਸਾਹਿਤ ਉਪਜਦਾ ਹੈ। ਨਦੀ ਸਾਗਰ ਵਿੱਚ ਡੁੱਬਣ ਵਾਸਤੇ ਜਾਂਦੀ ਹੈ ਅਤੇ ਡੁੱਬ ਕੇ ਸਾਗਰ ਹੀ ਬਣ ਜਾਂਦੀ ਹੈ। ਵਿਰੋਧ ਸਾਨੂੰ ਇਕੱਲਿਆਂ ਹੀ ਨਹੀਂ ਕਰਦੇ, ਇਹ ਸਾਨੂੰ ਨਿਤਾਣਾ ਵੀ ਕਰ ਦਿੰਦੇ ਹਨ। ਜਿਵੇਂ ਦਰਿਆ ਦੇ ਵਿਰੁੱਧ ਵਹਿ ਕੇ ਅਸੀਂ ਥੱਕ ਟੁੱਟ ਜਾਂਦੇ ਹਾਂ, ਜਦੋਂ ਕਿ ਵਹਿਣ ਦੇ ਵਿੱਚ ਵਹਿ ਕੇ ਤਰ ਜਾਂਦੇ ਹਾਂ। ਸਮਝੌਤੇ ਨਾਲ ਅਸੀਂ ਸੌਖੇ ਮਹਿਸੂਸ ਕਰਦੇ ਹਾਂ ਅਤੇ ਸਾਨੂੰ ਆਪਣੇ ਫੈਲਣ ਦਾ ਅਹਿਸਾਸ ਹੁੰਦਾ ਹੈ। ਸਮਝੌਤੇ ਦੀ ਮੁੱਢਲੀ ਸਿੱਖਿਆ ਅਤੇ ਸਿਖਲਾਈ ਆਪਣੇ ਪਰਿਵਾਰ ਵਿੱਚੋਂ ਮਿਲਦੀ ਹੈ। ਪਰਿਵਾਰ ਤੋਂ ਬਾਹਰ ਸਾਡਾ ਵਿਹਾਰ ਹਰ ਥਾਂ ਲਾਭ ਦੀ ਬਿਰਤੀ ਕਾਰਨ ਪੂੰਜੀਵਾਦੀ ਲੀਹਾਂ 'ਤੇ ਚੱਲਦਾ ਹੈ, ਜਦੋਂ ਕਿ ਪਰਿਵਾਰ ਅੰਦਰ ਅਸੀਂ ਬਰਾਬਰੀ ਦੇ ਆਧਾਰ 'ਤੇ ਸਮਾਜਵਾਦੀ ਕਦਰਾਂ ਕੀਮਤਾਂ ਅਨੁਸਾਰ ਵਿਚਰਦੇ ਹਾਂ। ਪਰਿਵਾਰ ਵਿੱਚ ਹਰੇਕ ਦਾ ਮਹੱਤਵ ਹੁੰਦਾ ਹੈ ਅਤੇ ਹਰੇਕ ਦੀ ਜ਼ਿੰਮੇਵਾਰੀ, ਅਧਿਕਾਰ ਅਤੇ ਕਰਤੱਵ ਹੁੰਦੇ ਹਨ। ਇੱਥੇ ਹੀ ਸਾਡੇ ਵਿੱਚ ਤਿਆਗ, ਕੁਰਬਾਨੀ ਅਤੇ ਹਮਦਰਦੀ ਜਿਹੇ ਗੁਣ ਉਪਜਦੇ ਹਨ। ਇਹੀ ਗੁਣ ਵਿਰੋਧਾਂ ਨੂੰ ਸਮਝੌਤਿਆਂ ਵਿੱਚ ਪਲਟਦੇ ਹਨ। ਪਰਿਵਾਰਕ ਮਾਣ ਸਤਿਕਾਰ ਦੀ ਪਰਵਾਹ ਨਾ ਰਹੇ ਤਾਂ ਪਰਿਵਾਰ ਦੇ ਜੀਆਂ ਲਈ ਵੀ ਪਰਿਵਾਰ ਸਹਿਯੋਗੀ ਸ਼ਕਤੀ ਦੀ ਥਾਂ ਇੱਕ ਵਿਰੋਧੀ ਸ਼ਕਤੀ ਹੋ ਨਿਬੜਦਾ ਹੈ। ਪਰਿਵਾਰ ਵਿੱਚ ਵਿਕਾਸ ਕਰਨ ਦੀ ਇੱਕ ਸਾਂਝੀ ਤਾਂਘ ਹੁੰਦੀ ਹੈ ਜਿਹੜੀ ਸਾਨੂੰ ਆਪਸ ਵਿੱਚ ਅਤੇ ਹੋਰ ਪਰਿਵਾਰਾਂ ਨਾਲ ਜੋੜਦੀ ਹੈ। ਜੇ ਹਰੇਕ ਪਰਿਵਾਰ ਜਾਂ ਵਿਅਕਤੀ ਨੂੰ ਆਪਣੀ ਆਮਦਨ ਵਿੱਚ ਹੀ ਗੁਜ਼ਾਰਾ ਕਰਨ ਦੀ ਮਜਬੂਰੀ ਹੁੰਦੀ ਤਾਂ ਕੋਈ ਵਿਕਾਸ ਵੀ ਨਾ ਵਾਪਰਦਾ। ਵਿਕਾਸ ਆਪਣੀ ਵਰਤਮਾਨ ਸਥਿਤੀ ਨੂੰ ਸੁਧਾਰਨ ਅਤੇ ਆਪਣੀ ਆਮਦਨ ਨਾਲੋਂ ਵਧੇਰੇ ਖਰਚ ਕਰਨ ਦੀ ਤਾਂਘ ਵਿੱਚ ਉਪਜਦਾ ਹੈ। ਇਸ ਤਾਂਘ ਕਾਰਨ ਹੀ ਅਸੀਂ ਮਿਹਨਤ ਕਰਦੇ ਹਾਂ, ਵਧੇਰੇ ਲੋਕਾਂ ਦੇ ਸੰਪਰਕ ਵਿੱਚ ਆਉਂਦੇ ਹਾਂ ਅਤੇ ਉਹਨਾਂ ਦੀ ਯੋਗਤਾ ਅਤੇ ਤਾਕਤ ਨੂੰ ਆਪਣੇ ਵਿਕਾਸ ਲਈ ਵਰਤਦੇ ਹਾਂ। ਜੇ ਪਰਿਵਾਰ ਵਿੱਚ ਸਮਝੌਤੇ ਦੀ ਬਿਰਤੀ ਜਾਂ ਵਿਸ਼ਵਾਸ ਹੀ ਨਾ ਹੋਵੇ ਅਤੇ ਹਰੇਕ ਨੂੰ ਹਰੇਕ ਦੇ ਵਿਰੋਧ ਦਾ ਸਾਹਮਣਾ ਹੋਵੇ ਤਾਂ ਅਨੁਮਾਨ ਲਾਉਣਾ ਔਖਾ ਨਹੀਂ ਕਿ ਜੀਵਨ ਕਿਹੋ ਜਿਹਾ ਹੋਵੇਗਾ। ਨਿਰਸੰਦੇਹ ਅਨੇਕਾਂ ਪਰਿਵਾਰ ਸਮਝੌਤੇ ਦੀ ਬਿਰਤੀ ਦੀ ਅਣਹੋਂਦ ਕਾਰਨ ਦੁਖੀ ਹਨ। ਅਨੇਕਾਂ ਪਰਿਵਾਰਾਂ ਵਿੱਚ ਪੋਤਾ ਪੋਤੀ ਤਾਂ ਪਿਆਰੇ ਲੱਗਦੇ ਹਨ ਪਰ ਨੂੰਹ ਚੰਗੀ ਨਹੀਂ ਲੱਗਦੀ। ਫੁੱਲ ਤਾਂ ਚੰਗੇ ਲੱਗਦੇ ਹਨ ਪਰ ਮਾਲੀ ਨਾਲ ਦੁਸ਼ਮਣੀ ਹੈ। ਸਮਝੌਤਾ ਅਤੇ ਪ੍ਰਸੰਨਤਾ ਦੂਜਿਆਂ ਨਾਲ ਸਹਿਮਤ ਹੋਣ ਦੀ ਉਦਾਰਤਾ ਵਿੱਚੋਂ ਉਪਜਦੇ ਹਨ। ਉਦਾਰਤਾ ਆਪਣੇ ਆਪ ਵਿੱਚ ਹੀ ਇੱਕ ਗੁਣ ਨਹੀਂ, ਇਹ ਹਰੇਕ ਗੁਣ ਦਾ ਭਾਗ ਵੀ ਹੈ। ਸਹਿਮਤੀਆਂ ਜੀਵਨ ਨੂੰ ਸੁਖਾਲਾ ਅਤੇ ਸੁਰੱਖਿਅਤ ਬਣਾਉਂਦੀਆਂ ਹਨ। ਸਮਝਣ ਅਤੇ ਸੋਚਣ ਦਾ ਸੰਬੰਧ ਸਹਿਮਤ ਹੋਣ ਨਾਲ ਹੈ। ਜਦੋਂ ਮਨੁੱਖ ਸੋਚਣਾ ਬੰਦ ਕਰ ਦਿੰਦਾ ਹੈ ਤਾਂ ਉਹ ਡਟ ਜਾਂਦਾ ਹੈ। ਇਸੇ ਨੂੰ ਕੱਟੜਵਾਦ ਕਹਿੰਦੇ ਹਨ। ਜਦੋਂ ਬਦਲੇ ਦਾ ਖਿਆਲ ਆਉਂਦਾ ਹੈ ਤਾਂ ਸੋਚ ਰੁਕ ਜਾਂਦੀ ਹੈ। ਇਸੇ ਨੂੰ ਸੰਕੀਰਣਤਾ ਕਹਿੰਦੇ ਹਨ। ਕੱਟੜ ਵਿਚਾਰਾਂ ਕਾਰਨ ਹੀ ਕੱਟੜ ਵਿਰੋਧ ਉਪਜਦੇ ਹਨ। ਇਸੇ ਨੂੰ ਅਤਿਵਾਦ ਕਹਿੰਦੇ ਹਨ। ਕੱਟੜਵਾਦ ਜਾਂ ਸੰਕੀਰਣਤਾ ਜਾਂ ਅੱਤਵਾਦ ਦਾ ਅਰਥ ਵਿਚਾਰਾਂ ਦੀ ਅਣਹੋਂਦ ਨਹੀਂ, ਆਪ ਸੋਚਣ ਤੋਂ ਅਤੇ ਕਿਸੇ ਨੂੰ ਸੁਣਨ ਤੋਂ ਇਨਕਾਰ ਹੈ। ਜਦੋਂ ਵਿਰੋਧ ਬੇਅਸੂਲੇ ਹੋ ਜਾਂਦੇ ਹਨ ਤਾਂ ਇਹ ਦੁਸ਼ਮਣੀਆਂ ਬਣ ਕੇ ਜੰਗਾਂ ਅਤੇ ਲੜਾਈਆਂ ਹੋ ਨਿਬੜਦੇ ਹਨ। ਵਿਰੋਧਾਂ ਜਾਂ ਦੁਸ਼ਮਣੀਆਂ ਵਿੱਚ ਲੋਕ ਉਹ ਗਿਲੇ ਸ਼ਿਕਵੇ ਵੀ ਜੋੜ ਲੈਂਦੇ ਹਨ ਜਿਨ੍ਹਾਂ ਦਾ ਕੋਈ ਸੰਬੰਧ ਨਹੀਂ ਹੁੰਦਾ।
ਵਾਸਤਵ ਵਿੱਚ ਲੜਨਾ ਮਨੁੱਖ ਦਾ ਸੁਭਾਵਿਕ ਵਰਤਾਰਾ ਹੈ। ਗੁੱਸੇ ਜਾਂ ਲੜਨ ਵਿੱਚੋਂ ਉਸ ਨੂੰ ਆਪਣੇ ਸ਼ਕਤੀਸ਼ਾਲੀ ਹੋਣ ਦੇ ਭਰਮ ਦਾ ਆਨੰਦ ਮਿਲਦਾ ਹੈ। ਅਜੋਕੇ ਮਨੁੱਖ ਨੂੰ ਸਿਆਣੇ ਹੋਣ ਵਿੱਚੋਂ ਆਨੰਦ ਨਹੀਂ ਮਿਲ ਰਿਹਾ, ਚਲਾਕ ਹੋਣ ਵਿੱਚੋਂ ਮਿਲ ਰਿਹਾ ਹੈ। ਇਸੇ ਕਰਕੇ ਕਹਿੰਦੇ ਹਨ, ਜਿਹੋ ਜਿਹਾ ਮਨੁੱਖ ਹੋਵੇਗਾ ਉਹੋ ਜਿਹਾ ਪਰਿਵਾਰ ਸਮਾਜ ਹੋਵੇਗਾ ਅਤੇ ਉਹੋ ਜਿਹਾ ਹੀ ਦੇਸ਼ ਅਤੇ ਸੰਸਾਰ ਹੋਵੇਗਾ। ਇਮਾਰਤ ਦੀ 8ਵੀਂ ਜਾਂ 10ਵੀਂ ਮੰਜ਼ਿਲ ਤੋਂ ਥੱਲੇ ਆਉਣ ਦੇ ਦੋ ਢੰਗ ਹਨ, ਇੱਕ ਛਾਲ ਮਾਰਨ ਦਾ ਅਤੇ ਦੂਜਾ ਪੌੜੀਆਂ ਰਾਹੀਂ ਥੱਲੇ ਉਤਰਨ ਦਾ। ਹਰੇਕ ਢੰਗ ਨਾਲ ਦੁਖਾਵੇਂ ਜਾਂ ਸੁਖਾਵੇਂ ਸਿੱਟੇ ਜੁੜੇ ਹੋਏ ਹਨ। ਤੁਸੀਂ ਕਿਹੜਾ ਢੰਗ ਅਪਣਾਵੋਗੇ? ਕਈ ਚੰਗੇ ਬੰਦੇ ਵੀ ਗਲਤ ਢੰਗ ਅਪਣਾਉਂਦੇ ਵੇਖੇ ਗਏ ਹਨ। ਜਿਵੇਂ ਮਹਾਭਾਰਤ ਚੰਗੇ ਬੰਦਿਆਂ ਦੇ ਮਾੜੇ ਕੰਮਾਂ ਦੀ ਕਹਾਣੀ ਹੈ। ਰਮਾਇਣ ਦੇ ਮੁਕਾਬਲੇ ਮਹਾਭਾਰਤ ਯਥਾਰਥ ਦੇ ਵਧੇਰੇ ਨੇੜੇ ਹੈ ਅਤੇ ਇਸ ਦੇ ਨਿੱਕੇ ਨਿੱਕੇ ਦ੍ਰਿਸ਼ ਸਾਡੇ ਨਿੱਤ ਪ੍ਰਤੀ ਦੇ ਜੀਵਨ ਵਿੱਚ ਵਾਪਰਦੇ ਹਨ। ਜ਼ਮਾਨਾ ਭਾਵੇਂ ਮਹਾਭਾਰਤ ਵਾਲਾ ਨਹੀਂ, ਪਰ ਮਹਾਭਾਰਤ ਜਾਰੀ ਹੈ। ਮਹਾਭਾਰਤ ਜਿੱਦ ਅਤੇ ਅਣਖ ਦਾ ਦੁਖਾਂਤ ਹੈ। ਅਜੋਕੇ ਯੁੱਗ ਵਿੱਚ ਅਣਖ ਦਾ ਦੂਜਾ ਨਾਂ ਅਫਗਾਨਿਸਤਾਨ ਹੈ। ਅਫਗਾਨਾਂ ਨੇ ਕਦੇ ਕਿਸੇ ਨਾਲ ਸਮਝੌਤਾ ਨਹੀਂ ਕੀਤਾ, ਕੋਈ ਗਿਆਨ ਗ੍ਰਹਿਣ ਵੀ ਨਹੀਂ ਕੀਤਾ। ਸਭ ਪਾਸੇ ਤਬਾਹੀ ਹੈ, ਪਰ ਅਫਗਾਨਿਸਤਾਨ ਵਿੱਚ ਅਣਖ ਦੇ ਅੰਬਾਰ ਲੱਗੇ ਪਏ ਹਨ। ਹਰੇਕ ਇਸਤਰੀ ਨੂੰ ਦੋ ਦੋ ਬੁਰਕੇ ਪਵਾ ਕੇ ਹਰੇਕ ਪਠਾਨ ਨੇ ਦੋ ਦੋ ਬੰਦੂਕਾਂ ਲਟਕਾ ਲਈਆਂ ਹਨ। ਜੇ ਕਿਸੇ ਨਾਲ ਸਹਿਯੋਗ ਸਮਝੌਤਾ ਨਹੀਂ ਕਰਨਾ ਤਾਂ ਅਕਲ ਦੀ, ਸੂਝ ਦੀ ਕੋਈ ਲੋੜ ਹੀ ਨਹੀਂ। ਅਫਗਾਨ ਆਪਣੀ ਅਨਪੜ੍ਹਤਾ ਵਿੱਚ ਪ੍ਰਸੰਨ ਹਨ। ਇਹ ਜਦੋਂ ਵਿਦੇਸ਼ੀਆਂ ਨੂੰ ਕੱਢ ਲੈਂਦੇ ਹਨ ਤਾਂ ਆਪਸ ਵਿੱਚ ਲੜਦੇ ਹਨ। ਹਰੇਕ ਗੁਜ਼ਰਦੇ ਸਾਲ ਨਾਲ ਅਫਗਾਨਿਸਤਾਨ 1-2 ਸਦੀਆਂ ਹੋਰ ਪਿੱਛੇ ਚਲਾ ਜਾਂਦਾ ਹੈ। ਅਣਖ ਸਾਮੰਤਵਾਦੀ ਯੁੱਗ ਦਾ ਸੰਕਲਪ ਹੈ। ਆਪਣੀ ਗੱਲ ਮਨਵਾਉਣ ਦੀ ਜਿੱਦ ਅਤੇ ਦੂਜੇ ਨੂੰ ਜਾਂ ਦੂਜੇ ਦੀ ਗੱਲ ਨਾ ਮੰਨਣ ਦਾ ਹੱਠ ਸਾਮੰਤਵਾਦੀ ਯੁੱਗ ਦਾ ਖਾਸਾ ਰਹੇ ਹਨ। ਵਾਸਤਵ ਵਿੱਚ ਸਰੀਰਕ ਬਲ ਨੂੰ ਹੀ ਸਭ ਕੁਝ ਸਮਝਣ ਵਾਲੇ ਧੱਕੜ ਕਿਸਮ ਦੇ ਲੋਕ ਜਦੋਂ ਜ਼ਮੀਨਾਂ ਮੱਲ ਲੈਂਦੇ ਸਨ ਤਾਂ ਉਹਨਾਂ ਦੀ ਰਾਖੀ ਲਈ ਉਹ ਆਪਣੀ ਹੋਂਦ ਕਿਸੇ ਚੰਦਰਵੰਸ਼ੀ ਜਾਂ ਸੂਰਜਵੰਸ਼ੀ ਖਾਨਦਾਨ, ਧਰਮ, ਵਿਚਾਰਧਾਰਾ ਜਾਂ ਪਰੰਪਰਾ ਨਾਲ ਜੋੜ ਲੈਂਦੇ ਸਨ ਅਤੇ ਜਦੋਂ ਕੋਈ ਵਿਰੋਧੀ ਉਪਜਦਾ ਸੀ ਤਾਂ ਉਹ ਆਪਣੀ ਅਣਖ ਨੂੰ ਸਾਹਮਣੇ ਰੱਖ ਕੇ ਲੜਦੇ ਸਨ। ਅੜਬ ਅਤੇ ਮੂਲ ਕਿਸਮ ਦੇ ਅਣਖੀਲੇ ਲੋਕ ਸਮਝੌਤੇ ਦੇ ਵਿਰੋਧੀ ਹੁੰਦੇ ਸਨ, ਕਿਉਂਕਿ ਸਮਝੌਤੇ ਨੂੰ ਉਹ ਈਨ ਮੰਨਣ ਜਾਂ ਗੁਲਾਮੀ ਦੇ ਅਰਥਾਂ ਵਿੱਚ ਲੈਂਦੇ ਸਨ ਅਤੇ ਗੁਲਾਮ ਹੋਣ ਨਾਲੋਂ ਮਰ ਜਾਣ ਨੂੰ ਤਰਜੀਹ ਦਿੰਦੇ ਸਨ। ਇਹ ਸੰਕਲਪ ਸਾਰੇ ਮੱਧ ਯੁੱਗ ਵਿੱਚ ਸਾਰੇ ਸੰਸਾਰ ਵਿੱਚ ਵਿਆਪਕ ਸੀ। ਮੱਧ ਕਾਲ ਵਿੱਚ ਸਭ ਤੋਂ ਵੱਡੀ ਦਲੇਰੀ ਭਾਵੇਂ ਮਰ ਜਾਣ ਦੀ ਯੋਗਤਾ ਸੀ, ਪਰ ਉਦੇਸ਼ ਵਿਰੋਧੀ ਨੂੰ ਮਾਰ ਦੇਣ ਦਾ ਹੀ ਹੁੰਦਾ ਸੀ। ਜਦੋਂ ਮੱਧ ਕਾਲ ਵਿੱਚ ਲੜਾਈ ਹੁੰਦੀ ਸੀ ਤਾਂ ਵੱਡੇ ਤੋਂ ਵੱਡਾ ਹਥਿਆਰ ਤਲਵਾਰ ਸੀ। ਦੁਸ਼ਮਣ ਦੇ ਆਹਮੋ ਸਾਹਮਣੇ ਹੋਣ ਦੀ ਦਲੇਰੀ ਨੂੰ ਬਹਾਦਰੀ ਕਿਹਾ ਜਾਂਦਾ ਸੀ। ਹੁਣ ਸਥਿਤੀ ਬਦਲ ਗਈ ਹੈ। ਹਥਿਆਰਾਂ ਦੀ ਕਿਸਮ, ਪਹੁੰਚ ਬਦਲ ਗਈ ਹੈ। ਹੁਣ ਵਿਰੋਧੀਆਂ ਨਾਲ ਅੱਖਾਂ ਮਿਲਾਉਣ ਤੋਂ ਬਿਨਾਂ ਉਹਨਾਂ ਉੱਤੇ ਹਮਲਾ ਕੀਤਾ ਜਾ ਸਕਦਾ ਹੈ। ਪੁਰਾਣੇ ਸਮੇਂ ਵਿੱਚ ਉਦੇਸ਼ ਦੂਜੇ ਦੇ ਇਲਾਕੇ 'ਤੇ ਕਬਜ਼ਾ ਕਰਨਾ ਹੁੰਦਾ ਸੀ। ਹੁਣ ਉਦੇਸ਼ ਇਲਾਕੇ ਉੱਤੇ ਉਸਾਰੀਆਂ ਨੂੰ ਤਬਾਹ ਕਰਨਾ ਹੁੰਦਾ ਹੈ। ਜਿੱਤੇ ਹੋਏ ਇਲਾਕੇ ਵਾਪਸ ਕਰਨੇ ਪੈਂਦੇ ਹਨ। ਅਜੋਕਾ ਯੁੱਗ ਅਣਖ ਦਾ ਨਹੀਂ, ਅਕਲ ਦਾ ਯੁੱਗ ਹੈ। ਅਕਲ ਦਾ ਸੰਬੰਧ ਸਮਝਣ ਨਾਲ ਹੈ। ਸਮਝਣ ਦਾ ਉਦੇਸ਼ ਸਥਿਤੀ ਨੂੰ ਆਪਣੇ ਪੱਖ ਵਿੱਚ ਕਰਨ ਤੋਂ ਹੈ। ਅਜੋਕੀਆਂ ਜਿੱਤਾਂ ਅਕਲ ਦੀਆਂ ਜਿੱਤਾਂ ਹਨ। ਹੁਣ ਹਥਿਆਰਾਂ ਦੀ ਥਾਂ ਰਾਜਨੀਤਿਕ ਅਤੇ ਵਪਾਰਕ ਪੈਂਤੜਿਆਂ ਨਾਲ ਲੜਿਆ ਜਾਂਦਾ ਹੈ। ਅਜੋਕੀਆਂ ਹਥਿਆਰਬੰਦ ਲੜਾਈਆਂ ਵਿੱਚ ਜਿੱਤ ਹਾਰ ਨਹੀਂ ਹੁੰਦੀ, ਮਰ ਗਏ ਅਤੇ ਬਚ ਗਏ ਹੁੰਦੇ ਹਨ ਅਤੇ ਜਦੋਂ ਦੋਵੇਂ ਧਿਰਾਂ ਸਮਝੌਤੇ ਲਈ ਬੈਠਦੀਆਂ ਹਨ ਤਾਂ ਬੈਠਦਿਆਂ ਹੀ ਮਰ ਗਿਆਂ ਨੂੰ ਵਿਸਾਰ ਦਿੱਤਾ ਜਾਂਦਾ ਹੈ। ਸੋ ਹਰ ਝਗੜੇ ਦਾ ਅੰਤ ਸਮਝੌਤੇ ਵਿੱਚ ਹੁੰਦਾ ਹੈ। ਭਾਵੇਂ ਸਦੀਆਂ ਲੜਦੇ ਰਹੋ, ਪਰ ਅੰਤ ਨੂੰ ਸਮਝੌਤਾ ਕਰਨਾ ਪਵੇਗਾ। ਨਿਰਸੰਦੇਹ ਸਮਝੌਤੇ ਦੀ ਮੁੱਢਲੀ ਸਿਖਲਾਈ ਪਰਿਵਾਰ ਵਿੱਚ ਮਿਲਦੀ ਹੈ, ਪਰ ਇਸ ਦਾ ਅਭਿਆਸ ਸਕੂਲ, ਗੁਆਂਢ, ਖੇਡ, ਰੁਜ਼ਗਾਰ ਅਤੇ ਵਪਾਰ ਵਿੱਚ ਹੁੰਦਾ ਹੈ। ਵਾਸਤਵ ਵਿੱਚ ਇਕੱਲੇ ਰਹਿ ਜਾਣ ਦਾ ਤੌਖਲਾ ਹੀ ਸਾਰੇ ਸਮਝੌਤਿਆਂ, ਸੰਧੀਆਂ, ਜਥੇਬੰਦੀਆਂ ਅਤੇ ਸੰਸਥਾਵਾਂ ਦਾ ਆਧਾਰ ਹੈ। ਅਤੀਤ ਪ੍ਰਤੀ ਸਤਿਕਾਰ ਹੋਣਾ ਚਾਹੀਦਾ ਹੈ, ਪਰ ਪਾਗਲਪਨ ਨਹੀਂ। ਕਹਿੰਦੇ ਹਨ, ਮੁਆਫ਼ ਕਰਨ ਦੀ ਭਾਵਨਾ ਤੋਂ ਬਿਨਾਂ ਸ਼ਾਂਤ ਨਹੀਂ ਹੋਇਆ ਜਾ ਸਕਦਾ ਅਤੇ ਨਿਆਂ ਕਰਨ ਦੀ ਬਿਰਤੀ ਤੋਂ ਬਿਨਾਂ ਸਮਝੌਤਾ ਸੰਭਵ ਨਹੀਂ ਹੁੰਦਾ।
ਜੇ ਸਵੈ ਵਿਸ਼ਵਾਸ ਹੈ ਤਾਂ ਸਹਿਨਸ਼ੀਲਤਾ ਵੀ ਹੋਵੇਗੀ, ਜੇ ਸਹਿਨਸ਼ੀਲਤਾ ਹੈ ਤਾਂ ਸਮਝੌਤਾ ਵੀ ਹੋਵੇਗਾ, ਜੇ ਸਮਝੌਤਾ ਹੋਵੇਗਾ ਤਾਂ ਸ਼ਾਂਤੀ ਵੀ ਹੋਵੇਗੀ। ਸਮਝੌਤਾ ਬਰਾਬਰੀ ਦੇ ਆਧਾਰ 'ਤੇ ਹੀ ਹੁੰਦਾ ਹੈ। ਉਦਾਹਰਣ ਵਜੋਂ ਜੇ ਇੱਕ ਮੁਆਫ਼ ਕਰੇ ਅਤੇ ਦੂਜਾ ਮੁਆਫ਼ ਕੀਤਾ ਜਾਵੇ ਤਾਂ ਇਹ ਨਾ ਬਰਾਬਰੀ ਹੈ। ਸਮਝੌਤੇ ਵਿੱਚ ਦੋਵੇਂ ਧਿਰਾਂ ਇੱਕ ਦੂਜੇ ਨੂੰ ਮੁਆਫ਼ ਕਰਦੀਆਂ ਹਨ, ਦੋਵੇਂ ਧਿਰਾਂ ਅੱਧਾ ਚੱਲ ਕੇ ਇੱਕ ਦੂਜੇ ਨੂੰ ਮਿਲਦੀਆਂ ਹਨ। ਜਦੋਂ ਸ਼ਤਰੰਜ ਦੀ ਖੇਡ ਮੁੱਕ ਜਾਂਦੀ ਹੈ ਤਾਂ ਬਾਦਸ਼ਾਹ ਅਤੇ ਪਿਆਦਾ ਇੱਕ ਹੀ ਡੱਬੇ ਵਿੱਚ ਰਹਿੰਦੇ ਹਨ। ਫੁੱਟਬਾਲ ਦੇ ਮੈਚ ਤੋਂ ਮਗਰੋਂ ਅਜੇ ਤੱਕ ਕਿਧਰੇ ਫੁੱਟਬਾਲ ਦੀ ਸੰਭਾਲ ਸੰਬੰਧੀ ਕੋਈ ਵਿਵਾਦ ਨਹੀਂ ਹੋਇਆ। ਪੁਰਾਣੀਆਂ ਕਦਰਾਂ ਕੀਮਤਾਂ ਨੂੰ ਬਦਲਣ ਦਾ ਕਾਰਜ ਵਿਗਿਆਨ ਨੇ ਕੀਤਾ ਹੈ। ਪਰੰਪਰਾ ਅਤੇ ਆਧੁਨਿਕਤਾ ਦੇ ਸੁਮੇਲ ਵਿੱਚੋਂ ਨਵੀਨਤਾ ਉਪਜਦੀ ਹੈ। ਹਰੇਕ ਸਮਾਜ ਵਿੱਚ ਛੋਟੇ ਛੋਟੇ ਫਿਰਕੇ ਹਨ, ਹਰੇਕ ਫਿਰਕੇ ਦੇ ਆਪਣੇ ਸੰਕਲਪ ਹਨ। ਹਰੇਕ ਸਮੂਹ ਦੇ ਧਰਮ ਸਥਾਨ ਹਨ, ਹਰੇਕ ਧਰਮ ਵਿੱਚ ਅਨੇਕਾਂ ਧੜੇ ਜਾਂ ਸੰਪਰਦਾਵਾਂ ਹਨ। ਵੱਖ ਵੱਖ ਪੂਜਾ ਵਿਧੀਆਂ ਹਨ, ਪਰ ਵਿਗਿਆਨ ਵਿਸ਼ਵ ਵਿਆਪੀ ਹੈ। ਇਸ ਦੇ ਸੰਕਲਪ ਸਮੇਂ ਜਾਂ ਸਥਾਨ ਨਾਲ ਬਦਲਦੇ ਨਹੀਂ, ਇਹ ਹਰੇਕ ਉੱਤੇ ਇਕਸਾਰ ਲਾਗੂ ਹੁੰਦੇ ਹਨ। ਸਾਡੇ ਕੋਲ ਰਾਸ਼ਟਰੀ ਵਿਗਿਆਨ ਜਾਂ ਭਾਰਤੀ ਵਿਗਿਆਨ ਜਾਂ ਈਸਾਈ ਵਿਗਿਆਨ ਜਾਂ ਕੋਈ ਸੰਕਲਪ ਨਹੀਂ। ਵਿਗਿਆਨ ਵਿੱਚ ਕੋਈ ਧੜੇਬੰਦੀ ਨਹੀਂ। ਵਿਗਿਆਨ ਦੇ ਆਦਾਨ ਪ੍ਰਦਾਨ ਵਿੱਚ ਕੋਈ ਗੌਰਵ ਜਾਂ ਦੇਸ਼ ਭਗਤੀ ਜਾਂ ਸੰਕੀਰਨਤਾ ਦੀਆਂ ਕੰਧਾਂ ਨੇ ਅੰਤ ਨੂੰ ਢਹਿਣਾ ਹੀ ਹੈ ਅਤੇ ਇਸ ਕਰਕੇ ਵਖਰੇਵਿਆਂ ਜਾਂ ਵਿਰੋਧਾਂ ਨੇ ਅੰਤ ਨੂੰ ਮਿਟਣਾ ਹੀ ਹੈ। ਸੋ ਇੱਕ ਦਿਨ ਵਿਗਿਆਨ ਨੇ ਸਰਬੱਤ ਦੇ ਭਲੇ ਦੇ ਸੰਕਲਪ ਨੂੰ ਸੱਚ ਕਰਕੇ ਵਿਖਾਉਣਾ ਹੈ। ਵਿਗਿਆਨ ਨੇ ਮਨੁੱਖ ਦੀਆਂ ਸਮੱਸਿਆਵਾਂ ਹੱਲ ਕਰਨ ਦਾ, ਸੁੱਖ ਸਾਧਨ ਦੇਣ ਦਾ, ਜੀਵਨ ਨੂੰ ਸੁਖਾਲਾ ਬਣਾਉਣ ਦਾ ਵਾਅਦਾ ਕੀਤਾ ਹੈ। ਸ਼ਾਂਤੀ ਦੇਣ ਦਾ ਵਾਅਦਾ ਨਹੀਂ ਕੀਤਾ। ਸ਼ਾਂਤੀ ਖੁਸ਼ਹਾਲ ਮਨੁੱਖ ਨੇ ਆਪ ਉਸਾਰਨੀ ਹੈ। ਸ਼ਾਂਤੀ ਧਰਮ ਅਤੇ ਸਮਾਜ ਦਾ ਖੇਤਰ ਹੈ। ਜੇ ਅਜੋਕਾ ਮਨੁੱਖ ਸ਼ਾਂਤ ਨਹੀਂ ਤਾਂ ਧਰਮ ਅਤੇ ਸਮਾਜ ਨੂੰ ਨਵੀਆਂ ਵਿਧੀਆਂ ਦਾ ਨਿਰਮਾਣ ਕਰਨਾ ਪਵੇਗਾ। ਵਿਗਿਆਨ ਅਤੇ ਤਕਨਾਲੋਜੀ ਨੇ ਸਾਰੇ ਸੰਸਾਰ ਨੂੰ ਇੱਕ ਦੂਜੇ ਦੇ ਨੇੜੇ ਲਿਆਂਦਾ ਹੈ। ਸੋ ਪਰਸਪਰ ਨਿਰਭਰਤਾ ਅਜੋਕੇ ਯੁੱਗ ਦਾ ਮੁੱਖ ਵਰਤਾਰਾ ਹੈ। ਹੁਣ ਅਸੀਂ ਰਲ ਕੇ ਹੀ ਸਫਲ ਹੋਵਾਂਗੇ। ਸੋ ਆਪਸੀ ਵਿਰੋਧ ਤਿਆਗਣੇ ਸਮੇਂ ਦੀ ਲੋੜ ਹਨ। ਜਦੋਂ ਤੱਕ ਮਨੁੱਖੀ ਮਨ ਨੂੰ ਜਿੰਦਾ ਸਾੜਿਆਂ ਈਰਖਾਵਾਂ ਤੋਂ ਮੁਕਤੀ ਨਹੀਂ ਮਿਲਦੀ, ਗੁਆਂਢੀਆਂ ਨਾਲ ਸਾਡੇ ਸੰਬੰਧ ਸੁਖਾਵੇਂ ਨਹੀਂ ਹੋ ਸਕਦੇ। ਜਦੋਂ ਤੱਕ ਦੇਸ਼ ਭਗਤੀ ਦੀ ਹਉਮੈ ਹੈ, ਉਦੋਂ ਤੱਕ ਸੰਸਾਰ ਵਿੱਚ ਅਮਨ ਨਹੀਂ ਹੋ ਸਕਦਾ। ਅਸੀਂ ਵਿਸ਼ਾਲ ਸੰਸਾਰ ਦੇ ਵਸਨੀਕ ਹਾਂ, ਇਸ ਲਈ ਸਾਨੂੰ ਸਮੁੱਚੇ ਸੰਸਾਰ ਦੇ ਸੰਦਰਭ ਵਿੱਚ ਸੋਚਣਾ ਪਵੇਗਾ। ਇਹ ਸੰਸਾਰ ਭਾਵੇਂ ਚੰਗੇ ਲੋਕਾਂ ਦਾ ਨਹੀਂ, ਪਰ ਇਹਨਾਂ ਤੋਂ ਚੰਗੇ ਹੋਰ ਕਿਧਰੇ ਮਿਲਦੇ ਵੀ ਤਾਂ ਨਹੀਂ। ਸੋ ਸਾਨੂੰ ਇਹ ਸਥਿਤੀ ਸਵੀਕਾਰ ਕਰਨੀ ਪਵੇਗੀ ਅਤੇ ਆਪਣੇ ਦ੍ਰਿਸ਼ਟੀਕੋਣ ਬਦਲਣੇ ਪੈਣਗੇ। ਜਿਹੜੇ ਦੇਸ਼ ਅਤੇ ਸਮਾਜ ਪਰਿਵਰਤਨ ਨੂੰ ਸਵੀਕਾਰ ਕਰ ਰਹੇ ਹਨ, ਉਹੀ ਵਿਕਾਸ ਕਰ ਰਹੇ ਹਨ। ਸਾਨੂੰ ਆਪਣੀ ਸਿੱਖਿਆ ਪ੍ਰਣਾਲੀ ਵਿੱਚ ਵੀ ਪਰਿਵਰਤਨ ਲਿਆਉਣਾ ਪਵੇਗਾ। ਪਰਿਵਰਤਨ ਦੀਆਂ ਸੈਨਤਾਂ ਸਾਡੇ ਸੱਭਿਆਚਾਰ ਵਿੱਚ ਪਹਿਲਾਂ ਹੀ ਮੌਜੂਦ ਹਨ। ਸਾਡੀਆਂ ਲੋਕ ਕਹਾਣੀਆਂ ਸਮਝੌਤੇ ਉੱਪਰ ਮੁੱਕਦੀਆਂ ਹਨ ਅਤੇ ਸੂਝ ਸਿਆਣਪ ਦੀ ਜਿੱਤ ਨਾਲ ਸਮਾਪਤ ਹੁੰਦੀਆਂ ਹਨ। ਬੱਚਿਆਂ ਨੂੰ ਉਹ ਕਹਾਣੀਆਂ ਸੁਣਾਈਆਂ ਜਾਣੀਆਂ ਚਾਹੀਦੀਆਂ ਹਨ ਜਿਨ੍ਹਾਂ ਵਿੱਚ ਸਹਿਯੋਗ ਅਤੇ ਸਮਝੌਤੇ ਦੀ ਤੰਦ ਮਜ਼ਬੂਤ ਹੋਵੇ ਅਤੇ ਲੋਕਤੰਤਰਕ ਕਦਰਾਂ ਕੀਮਤਾਂ ਦੀ ਜਿੱਤ ਹੋਵੇ। ਪ੍ਰਜਾਤੰਤਰ ਵਿੱਚ ਨਵੇਂ ਵਿਚਾਰ ਅਤੇ ਸੰਕਲਪਾਂ ਨੂੰ ਪ੍ਰਵਾਨ ਕਰਨ ਦੀ ਦਲੇਰੀ ਹੁੰਦੀ ਹੈ, ਜਦੋਂ ਕਿ ਸਾਮੰਤਵਾਦ ਪਰੰਪਰਾ ਨੂੰ ਦ੍ਰਿੜ ਕਰਦਾ ਹੈ। ਪ੍ਰਜਾਤੰਤਰ ਬਹੁ ਗਿਣਤੀ ਦੀ ਸਹਿਮਤੀ ਦਾ ਸਿਧਾਂਤ ਹੈ। ਸਹਿਮਤੀ ਜਾਂ ਸਮਝੌਤੇ ਦੀ ਬੁਨਿਆਦ ਇਹ ਸਿਧਾਂਤ ਹੈ ਕਿ ਦੂਜਿਆਂ ਦੀ ਸੋਚ ਵੱਖਰੀ ਹੋ ਸਕਦੀ ਹੈ ਅਤੇ ਉਹਨਾਂ ਨੂੰ ਵੱਖਰੇ ਢੰਗ ਨਾਲ ਸੋਚਣ ਦੀ ਖੁੱਲ੍ਹ ਹੈ। ਜੇ ਦੂਜਿਆਂ ਨੂੰ ਅਸੀਂ ਆਪਣੀ ਗੱਲ ਸੁਣਾਉਣੀ ਹੈ ਤਾਂ ਪਹਿਲਾਂ ਉਹਨਾਂ ਦੀ ਗੱਲ ਸੁਣਨ ਦੀ ਲੋੜ ਹੈ। ਅਣਖ ਜਾਂ ਦੇਸ਼ ਭਗਤੀ ਵਿਕਾਸ ਦੇ ਰਾਹ ਦੀ ਰੁਕਾਵਟ ਨਹੀਂ ਬਣਨੇ ਚਾਹੀਦੇ। ਦੂਜਿਆਂ ਦੇ ਵਿਚਾਰਾਂ ਨੂੰ ਯੋਗ ਸਥਾਨ ਦਿੱਤੇ ਬਿਨਾਂ ਕੋਈ ਵੀ ਸਮਝੌਤਾ ਸੰਭਵ ਨਹੀਂ ਹੁੰਦਾ। ਸੋਚਣਾ ਅਤੇ ਵੱਖਰੇ ਢੰਗ ਨਾਲ ਸੋਚਣਾ ਹੀ ਸਾਡੇ ਜਿਉਂਦੇ ਹੋਣ ਦੀ ਨਿਸ਼ਾਨੀ ਹੁੰਦੀ ਹੈ। ਸਾਮੰਤਵਾਦ ਵਿੱਚ ਵਿਰੋਧ ਨੂੰ ਬਰਦਾਸ਼ਤ ਨਹੀਂ ਸੀ ਕੀਤਾ ਜਾਂਦਾ, ਵਿਰੋਧੀ ਨੂੰ ਦੁਸ਼ਮਣ ਸਮਝਿਆ ਜਾਂਦਾ ਸੀ। ਪਰ ਲੋਕਤੰਤਰ ਵਿੱਚ ਦੁਸ਼ਮਣੀ ਨਹੀਂ ਹੁੰਦੀ, ਵਿਰੋਧ ਹੁੰਦਾ ਹੈ। ਜਦੋਂ ਅਸੀਂ ਸਹੀ ਅਰਥਾਂ ਵਿੱਚ ਲੋਕਤੰਤਰਕ ਹੋ ਜਾਵਾਂਗੇ ਤਾਂ ਲੜਨ ਭਿੜਨ ਲਈ ਕੋਈ ਥਾਂ ਨਹੀਂ ਬਚੇਗੀ ਅਤੇ ਸਾਰੇ ਨਿਰਣੇ ਅਕਲ ਦੇ ਆਧਾਰ 'ਤੇ ਲਏ ਜਾਣਗੇ। ਯੂਰਪ ਵਿੱਚ ਇਵੇਂ ਹੀ ਹੋ ਰਿਹਾ ਹੈ। ਦੂਜਿਆਂ ਨਾਲ ਸੰਬੰਧਿਤ ਹੋਣਾ ਜਾਂ ਤਾਲਮੇਲ ਰੱਖਣਾ ਮੁੱਢਲੀ ਮਨੁੱਖੀ ਲੋੜ ਹੈ। ਖੇਡਾਂ ਵਿੱਚ ਅਸੀਂ ਨਿੱਘਾ ਵਿਰੋਧ ਕਰਨ ਦਾ ਸਮਝੌਤਾ ਕਰਦੇ ਹਾਂ। ਚੋਣਾਂ ਵਿੱਚ, ਵਪਾਰ ਵਿੱਚ ਵੀ ਇਵੇਂ ਹੀ ਹੁੰਦਾ ਹੈ। ਜਿਹੜੇ ਚਿੜ ਕੇ ਖੜ੍ਹੇ ਹੋ ਜਾਂਦੇ ਹਨ, ਉਹਨਾਂ ਦੇ ਬੈਠਣ ਤੋਂ ਪਹਿਲਾਂ ਉਹਨਾਂ ਦਾ ਨੁਕਸਾਨ ਹੋ ਚੁੱਕਾ ਹੁੰਦਾ ਹੈ।
ਕਿਉਂਕਿ ਜਦੋਂ ਕਿਸੇ ਚੀਜ਼ ਵਿੱਚ ਤਰੇੜ ਪੈਂਦੀ ਹੈ ਤਾਂ ਉਹ ਚੀਜ਼ ਤਰੇੜ ਦੇ ਕਾਰਨ ਆਪਣਾ ਮਹੱਤਵ ਅਤੇ ਸਥਾਨ ਵੀ ਗਵਾ ਬੈਠਦੀ ਹੈ। ਇਸੇ ਕਰਕੇ ਤਰੇੜੀ ਹੋਈ ਚੀਜ਼ ਨੂੰ ਹਟਾ ਦਿੱਤਾ ਜਾਂਦਾ ਹੈ। ਵੇਖਿਆ ਗਿਆ ਹੈ ਕਿ ਜਿੱਥੇ ਸਾਰੇ ਹੀ ਬਾਂਗ ਦੇਣ ਵਾਲੇ ਹੋਣ ਉੱਥੇ ਨਾ ਰਾਤ ਪੈਂਦੀ ਹੈ ਨਾ ਸਵੇਰ ਚੜ੍ਹਦੀ ਹੈ। ਜਿੱਥੇ ਸਾਰੇ ਹੀ ਬਹਿਸਣ ਵਾਲੇ ਹੋਣ ਉੱਥੇ ਸਮਝੌਤਾ ਨਹੀਂ ਹੁੰਦਾ। ਗਲਤ ਰਸਤੇ 'ਤੇ ਜਿਤਨੀ ਮਰਜ਼ੀ ਤੇਜ਼ ਚੱਲੀਏ ਅਸੀਂ ਕਿਧਰੇ ਨਹੀਂ ਪਹੁੰਚਦੇ। ਕਿਸੇ ਨੂੰ ਸਾਡੀ ਪਰਵਾਹ ਜਾਂ ਸਾਡੀ ਉਡੀਕ ਨਹੀਂ ਹੋਵੇਗੀ। ਜੇ ਸਾਡੀ ਕਿਸੇ ਨਾਲ ਸਹਿਮਤੀ ਹੀ ਨਹੀਂ ਤਾਂ ਅਸੀਂ ਪਹੁੰਚ ਕੇ ਵੀ ਕੀ ਕਰਾਂਗੇ। ਦੋਸਤਾਂ ਨਾਲ ਸਮਝੌਤੇ ਦੀ ਕੋਈ ਔਖ ਨਹੀਂ ਹੁੰਦੀ। ਸਮਝੌਤਾ ਕਰਨ ਦੀ ਪਰਖ ਵਿਰੋਧੀਆਂ ਨਾਲ ਸਮਝੌਤਾ ਕਰਨ ਤੋਂ ਹੈ। ਮਨੁੱਖ ਕੋਲ ਸਮਝੌਤੇ ਦੀਆਂ ਦੋ ਭਾਸ਼ਾਵਾਂ ਹਨ, ਇੱਕ ਗਣਿਤ ਦੀ ਭਾਸ਼ਾ, ਦਲੀਲ ਜਾਂ ਗਿਣਨ ਮਾਪਣ ਜਾਂ ਲਾਭ ਨੁਕਸਾਨ ਦੀ ਭਾਸ਼ਾ, ਅਤੇ ਦੂਜੀ ਪ੍ਰੇਮ ਦੀ ਭਾਸ਼ਾ, ਸੁਹਿਰਦਤਾ ਜਾਂ ਸਨੇਹ ਜਾਂ ਤਿਆਗ ਦੀ ਭਾਸ਼ਾ। ਜਿਹੜੀ ਭਾਸ਼ਾ ਅਸੀਂ ਵਰਤਾਂਗੇ ਉਹੋ ਜਿਹੇ ਹੀ ਨਤੀਜੇ ਨਿਕਲਣਗੇ। ਕਹਿੰਦੇ ਹਨ ਜੇ ਸਮਝੌਤਾ ਕਰਨਾ ਹੈ ਤਾਂ ਮੈਂ ਅਤੇ ਨਾ ਨੂੰ ਘਰ ਛੱਡ ਕੇ ਜਾਓ, ਹਾਂ ਅਤੇ ਅਸੀਂ ਦੀ ਵਰਤੋਂ ਕਰੋ। ਵੇਖਿਆ ਗਿਆ ਹੈ ਕਿ ਜਿੱਥੇ ਦੋ ਧਿਰਾਂ ਵਿੱਚ ਪਿਛੋਕੜ, ਭਾਸ਼ਾ ਅਤੇ ਸੱਭਿਆਚਾਰ ਦੀ ਸਾਂਝ ਹੋਵੇ ਉੱਥੇ ਵਿੱਥ ਪੈਂਦੀ ਵੀ ਜਲਦੀ ਹੈ ਅਤੇ ਵਿੱਥ ਮਿਟਦੀ ਵੀ ਜਲਦੀ ਹੈ। ਜਦੋਂ ਦੋ ਧਿਰਾਂ ਵਿਚਕਾਰ ਵਿੱਥ ਮਿਟ ਜਾਂਦੀ ਹੈ ਤਾਂ ਵਿਆਹ ਹੋਣ ਲੱਗ ਪੈਂਦੇ ਹਨ। ਵਿਆਹ ਜਾਂ ਘਰ ਸਮਝੌਤੇ ਦੀ ਵਿਸ਼ਵ ਵਿਆਪੀ ਉਦਾਹਰਨ ਹੈ। ਜਿਸ ਦੇ ਘਰ ਵਿੱਚ ਸੁੱਖ ਨਹੀਂ ਉਸ ਲਈ ਕਿਧਰੇ ਵੀ ਸੁੱਖ ਨਹੀਂ। ਉਹ ਲੋਕ ਗਰੀਬ ਹੁੰਦੇ ਹਨ ਅਤੇ ਗਰੀਬ ਹੀ ਰਹਿੰਦੇ ਹਨ ਜਿਹੜੇ ਘਰ ਵਿੱਚ ਹੀ ਝਗੜਾ ਆਰੰਭ ਕਰ ਲੈਂਦੇ ਹਨ, ਕਿਉਂਕਿ ਇਹਨਾਂ ਨੂੰ ਕਿਧਰੇ ਵੀ ਪ੍ਰਵਾਨਗੀ ਨਹੀਂ ਮਿਲਦੀ। ਜਿਸ ਦਾ ਪਰਿਵਾਰ ਨਹੀਂ ਜਾਂ ਜਿਸ ਪਤੀ ਪਤਨੀ ਦੇ ਆਪਸੀ ਸੰਬੰਧ ਸੁਖਾਵੇਂ ਨਹੀਂ ਉਹ ਉਖੜੇ ਉਖੜੇ ਵਿਖਾਈ ਦਿੰਦੇ ਹਨ। ਕੋਈ ਪੁਰਸ਼ ਕਿਤਨਾ ਵੀ ਅਮੀਰ ਹੋਵੇ, ਵਿਦਵਾਨ ਹੋਵੇ, ਭਾਵੇਂ ਮਹਿਲ ਵਿੱਚ ਰਹਿੰਦਾ ਹੋਵੇ, ਪਤਨੀ ਤੋਂ ਬਿਨਾਂ ਉਹ ਠੀਕ ਨਹੀਂ ਲੱਗਦਾ। ਇਸਤਰੀ ਭਾਵੇਂ ਕਿਤਨੀ ਵੀ ਸੁੰਦਰ ਹੋਵੇ ਅਤੇ ਗੁਣਵਾਨ ਹੋਵੇ, ਪਰ ਜੇ ਉਸ ਦਾ ਪਰਿਵਾਰ ਨਹੀਂ ਹੈ ਤਾਂ ਉਸ ਦਾ ਸਤਿਕਾਰ ਵੀ ਨਹੀਂ ਹੋਵੇਗਾ। ਜੇ ਦੋਵੇਂ ਇੱਕ ਹੀ ਬੇੜੀ ਵਿੱਚ ਸਵਾਰ ਹੋਣ ਤਾਂ ਜ਼ਿੰਦਗੀ ਦੇ ਤੂਫਾਨ ਵੀ ਕਿਸ਼ਤੀ ਨੂੰ ਚਲਾਉਂਦੇ ਅੱਗੇ ਲੈ ਜਾਂਦੇ ਹਨ। ਜਿਹੜੇ ਕਹਿੰਦੇ ਹਨ ਗੁੱਸਾ ਚੜ੍ਹ ਹੀ ਜਾਂਦਾ ਹੈ, ਉਹਨਾਂ ਨੇ ਅਨੁਭਵ ਦੀਆਂ ਨੀਵੀਆਂ ਸਥਿਤੀਆਂ ਹੀ ਵੇਖੀਆਂ ਹੁੰਦੀਆਂ ਹਨ। ਉਹਨਾਂ ਲਈ ਡਰ, ਗੁੱਸਾ, ਨਫ਼ਰਤ ਆਦਿ ਹੀ ਜੀਵਨ ਦੇ ਡੂੰਘੇ ਅਤੇ ਆਨੰਦਮਈ ਅਨੁਭਵ ਹੁੰਦੇ ਹਨ। ਈਰਖਾ, ਸਾੜਾ ਆਦਿ ਅਧੂਰੇ ਮਨੁੱਖ ਦੀਆਂ ਨਿਸ਼ਾਨੀਆਂ ਹਨ, ਜਦੋਂ ਕਿ ਸੰਪੂਰਨ ਮਨੁੱਖਾਂ ਜਾਂ ਮਹਾਂਪੁਰਸ਼ਾਂ ਵਿੱਚ ਇਤਨੀ ਵਿਸ਼ਾਲਤਾ ਅਤੇ ਉਦਾਰਤਾ ਹੁੰਦੀ ਹੈ ਕਿ ਉਹ ਸਭ ਵਿਰੋਧ ਉੱਤੇ ਉੱਜਾ ਸਮੇਟ ਲੈਂਦੇ ਹਨ। ਵਿਚਾਰਾਂ ਦੀ ਲੜਾਈ ਵਿੱਚ ਕਤਲ ਲੋਕਾਂ ਦਾ ਹੁੰਦਾ ਹੈ, ਵਿਚਾਰਾਂ ਦਾ ਨਹੀਂ। ਹੰਕਾਰ, ਹਉਮੈ ਅਤੇ ਅਣਖ ਤੋਂ ਉਪਜੀ ਸੋਚ ਨਾ ਤਾਂ ਆਪ ਬਹੁਤੀ ਦੂਰ ਜਾਂਦੀ ਹੈ ਅਤੇ ਨਾ ਹੀ ਕਿਸੇ ਹੋਰ ਸੋਚ ਨਾਲ ਇਕਸੁਰ ਹੋਣ ਦੀ ਸਿਆਣਪ ਕਰਦੀ ਹੈ। ਸੁਲਝੇ ਹੋਏ ਲੋਕਾਂ ਕੋਲ ਵਿਸ਼ਾਲ ਸੋਚਾਂ ਹੁੰਦੀਆਂ ਹਨ, ਜਦੋਂ ਕਿ ਆਮ ਸਧਾਰਨ ਲੋਕਾਂ ਕੋਲ ਪੱਖਪਾਤ ਹੀ ਹੁੰਦੇ ਹਨ। ਵਿਚਾਰ ਮਹਾਨ ਵਿਅਕਤੀਆਂ ਦੀ ਪਕੜ ਵਿੱਚ ਹੁੰਦੇ ਹਨ, ਜਦੋਂ ਕਿ ਆਮ ਸਧਾਰਨ ਲੋਕ ਵਿਚਾਰਾਂ ਦੀ ਪਕੜ ਵਿੱਚ ਹੁੰਦੇ ਹਨ। ਮਹਾਨ ਵਿਅਕਤੀਆਂ ਵਿੱਚ ਵਿੱਥਾਂ ਨੂੰ ਮੇਟਣ ਲਈ ਪੁਲ ਉਸਾਰਨ ਵਾਲੀ ਸਮਝੌਤਾ ਬਿਰਤੀ ਹੁੰਦੀ ਹੈ, ਕਿਉਂਕਿ ਉਹ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਨ। ਪੁਲ ਦੋ ਪਾਸਿਆਂ ਨੂੰ, ਦੋ ਸ਼ਹਿਰਾਂ ਨੂੰ ਅਤੇ ਕਈ ਵਾਰੀ ਦੋ ਦੇਸ਼ਾਂ ਨੂੰ ਆਪਸ ਵਿੱਚ ਜੋੜਦੇ ਅਤੇ ਉਹਨਾਂ ਦੀ ਗੱਲਬਾਤ ਕਰਵਾਉਂਦੇ ਹਨ। ਪੌੜੀਆਂ ਥੱਲੜਿਆਂ ਨੂੰ ਉੱਪਰਲਿਆਂ ਨਾਲ ਅਤੇ ਉੱਪਰਲਿਆਂ ਨੂੰ ਹੇਠਲਿਆਂ ਨਾਲ ਮਿਲਾਉਂਦੀਆਂ ਹਨ। ਪੌੜੀਆਂ ਅਤੇ ਪੁਲ ਸਮਝੌਤੇ ਅਤੇ ਸਾਂਝ, ਸਦਭਾਵਨਾ ਅਤੇ ਸਹਿਯੋਗ, ਲੈਣ ਅਤੇ ਦੇਣ ਦੇ ਪ੍ਰਤੀਕ ਹਨ। ਯਾਦਾਂ ਦੇ ਪੁਲਾਂ ਰਾਹੀਂ ਮਰੇ ਹੋਏ, ਵਿਛੜੇ ਹੋਏ ਵੀ ਵਾਪਸ ਪਰਤ ਆਉਂਦੇ ਹਨ ਅਤੇ ਕਲਪਨਾ ਦੀਆਂ ਪੌੜੀਆਂ ਨਾਲ ਅਸੀਂ ਅਣਕਿਆਸੀਆਂ, ਅਣਜਾਣੀਆਂ ਥਾਵਾਂ 'ਤੇ ਵੀ ਘੁੰਮਾਉਂਦੇ ਹਾਂ। ਕੀ ਸਾਡੀ ਸੰਸਾਰ ਵਿੱਚ ਦਿਲਚਸਪੀ ਹੈ? ਕੀ ਅਸੀਂ ਵਿਸ਼ਵ ਸ਼ਾਂਤੀ ਚਾਹੁੰਦੇ ਹਾਂ? ਨਿਰਸੰਦੇਹ ਅਸੀਂ ਸਾਰੇ ਚਾਹੁੰਦੇ ਹਾਂ ਕਿ ਸੰਸਾਰ ਵਿੱਚ ਸ਼ਾਂਤੀ ਹੋਵੇ, ਪਰ ਜੇ ਸੰਸਾਰ ਵਿੱਚ ਸ਼ਾਂਤੀ ਹੋ ਗਈ ਅਤੇ ਜੰਗ ਖਤਮ ਹੋ ਗਈ ਤਾਂ ਸਾਡੇ ਨਾਇਕ ਕੌਣ ਹੋਣਗੇ? ਸਾਡੀ ਬਹਾਦਰੀ ਦਾ ਸੰਕਲਪ ਕੀ ਹੋਵੇਗਾ? ਸਾਡੀ ਅਣਖੀਲੀ ਸ਼ਬਦਾਵਲੀ ਦਾ ਕੀ ਬਣੇਗਾ? ਅਸੀਂ ਹਥਿਆਰਾਂ ਦਾ ਕੀ ਕਰਾਂਗੇ? ਨਿਰਸੰਦੇਹ ਸ਼ਾਂਤੀ ਅਤੇ ਸਮਝੌਤੇ ਨਾਲ ਸਭ ਕੁਝ ਬਦਲ ਜਾਵੇਗਾ। ਵੱਡੇ ਹੋਣ, ਵਿਸ਼ਾਲ ਹੋਣ ਦੀ ਲੋੜ ਹੈ, ਨਹੀਂ ਤਾਂ ਆਪਣੇ ਦੇਸ਼ ਵਿੱਚ ਹੀ ਸੁੰਗੜਨ ਕਾਰਨ ਸੰਸਾਰ ਵਿੱਚ ਅਸੀਂ ਇੱਕ ਨਿੱਕਾ ਜਿਹਾ ਰੇਲਵੇ ਸਟੇਸ਼ਨ ਬਣ ਕੇ ਰਹਿ ਜਾਵਾਂਗੇ।
ਨਿੱਕੇ ਸਟੇਸ਼ਨਾਂ ਨੂੰ ਆਪਣੇ ਤੇ ਮਾਣ ਹੁੰਦਾ ਹੈ ਕਿ ਵੱਡੀਆਂ ਅਤੇ ਤੇਜ਼ ਗੱਡੀਆਂ ਨੂੰ ਉਹਨਾਂ ਕੋਲ ਰੁਕਣ ਦੀ ਹਿੰਮਤ ਹੀ ਨਹੀਂ ਹੁੰਦੀ। ਨਿਰਸੰਦੇਹ ਜੋ ਕੁਝ ਬਦਲੇਗਾ ਜਾਂ ਵਾਪਰੇਗਾ ਉਹ ਯਤਨ ਨਾਲ, ਉਪਰਾਲਿਆਂ ਨਾਲ, ਤਿਆਰੀ ਨਾਲ ਹੀ ਵਾਪਰੇਗਾ। ਪਰਿਵਰਤਨ ਵਕਤ ਨਾਲ ਆਪੇ ਨਹੀਂ ਆਉਂਦਾ, ਇਹ ਵਿਅਕਤੀਆਂ ਨਾਲ, ਸਮਝੌਤਿਆਂ ਨਾਲ, ਯਤਨਾਂ ਨਾਲ ਆਉਂਦਾ ਹੈ। ਪਤਝੜ ਵਿੱਚ ਪੱਤੇ ਝੜਦੇ ਹਨ, ਦਰਖਤ ਨਹੀਂ ਡਿੱਗਦੇ। ਪੱਤਿਆਂ ਦੇ ਝੜਨ ਵਿੱਚ ਨਵੇਂ ਪੱਤਿਆਂ ਦਾ, ਨਵੀਂ ਬਹਾਰ ਦਾ ਸੁਨੇਹਾ ਹੁੰਦਾ ਹੈ। ਪਰਿਵਰਤਨ ਕੋਈ ਹੋਵੇ, ਇਹ ਵਿਅਕਤੀ ਤੋਂ ਪਰਿਵਾਰ ਵੱਲ, ਸਮਾਜ ਵੱਲ, ਦੇਸ਼ ਅਤੇ ਵਿਸ਼ਵ ਵੱਲ ਫੈਲਦਾ ਹੈ। ਜਿਵੇਂ ਅਸੀਂ ਮੇਲੇ ਵਿੱਚ ਦੂਜਿਆਂ ਨੂੰ ਰਾਹ ਦੇ ਕੇ ਆਪ ਲੰਘ ਜਾਂਦੇ ਹਾਂ, ਇਸੇ ਵਿਧੀ ਨਾਲ ਦੂਜਿਆਂ ਨਾਲ, ਸੰਸਾਰ ਨਾਲ ਵਿਚਰਨ ਦੀ ਲੋੜ ਹੈ। ਸਾਨੂੰ ਡਰ ਕੇ ਕਿਸੇ ਨਾਲ ਸਮਝੌਤਾ ਨਹੀਂ ਕਰਨਾ ਚਾਹੀਦਾ, ਪਰ ਸਾਨੂੰ ਸਮਝੌਤਾ ਕਰਨ ਤੋਂ ਡਰਨਾ ਵੀ ਨਹੀਂ ਚਾਹੀਦਾ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।